ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ। ਮੈਂ ਹਾਂ ਗੁਰਵਿੰਦਰ ਸਿੰਘ। ਰਾਮ ਰਹੀਮ ਨੂੰ ਪੈਰੋਲ ਮਿਲਣ ਦੀ ਚਰਚਾ ਜ਼ੋਰਾਂ 'ਤੇ ਹੈ। ਇਸ ਦਾ ਖੁਲਾਸਾ ਕੁਝ ਦਿਨਾਂ ਤੋਂ ਹੋਇਆ ਹੈ ਕਿ ਇਹਦੀ ਚਰਚਾ ਹੁਣ ਜ਼ੋਰ ਫੜਨ ਲੱਗੀ ਹੈ। ਦੱਸ ਦਈਏ ਕਿ ਪਹਿਲਾਂ ਵੀ ਰਾਮ ਰਹੀਮ ਵੱਲੋਂ ਆਪਣੀ ਪੈਰੋਲ ਲਈ ਅਰਜ਼ੀ ਦਿੱਤੀ ਗਈ ਸੀ, ਪਰ ਉਸ ਵੇਲੇ ਅਰਜ਼ੀ ਨੂੰ ਖਾਰਜ ਕਰ ਦਿੱਤਾ ਗਿਆ ਸੀ। ਪਰ ਹੁਣ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਉਸ ਦੇ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਰਾਮ ਰਹੀਮ ਨੂੰ ਜੋ ਪੈਰੋਲ ਮਿਲੀ ਹੈ ਆਪਣੀ ਮਾਂ ਦੀ ਖਰਾਬ ਸਿਹਤ ਦਾ ਹਾਲ ਚਾਲ ਪੁੱਛਣ ਲਈ ਹਸਪਤਾਲ ਜਾਣ ਵਾਸਤੇ ਮਿਲੀ ਹੈ। ਪਰ ਸਵਾਲ ਇਹ ਖੜਾ ਹੁੰਦਾ ਹੈ ਕਿ 24 ਤਾਰੀਖ ਨੂੰ 24 ਘੰਟੇ ਲਈ ਦਿੱਤੀ ਗਈ ਪੈਰੋਲ ਦੁਨੀਆ ਦੇ ਸਾਹਮਣੇ ਕਿਉਂ ਨਹੀਂ ਰੱਖੀ ਗਈ, ਜਾਂ ਕਿਸੇ ਸਿਕਿਉਰਿਟੀ ਰੀਜ਼ਨ ਕਰਕੇ ਉਹਦਾ ਖੁਲਾਸਾ ਨਹੀਂ ਕੀਤਾ ਗਿਆ। ਇਸ ਸਾਰੇ ਮਾਮਲੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਐਡਵੋਕੇਟ ਮੌਜੂਦ ਨੇ ਬਿਕਰਮਜੀਤ ਸਿੰਘ ਪਾਸੀ ਜੀ। ਉਹਨਾਂ ਤੋਂ ਜਾਣਾਂਗੇ ਕਿੰਨੀ ਕੁ ਜਾਇਜ਼ ਹੈ ਰਾਮ ਰਹੀਮ ਦੀ ਪੈਰੋਲ। ਰਾਮ ਰਹੀਮ ਨੂੰ ਬਲਾਤਕਾਰ ਅਤੇ ਕਤਲ ਦੇ ਦੋਸ਼ਾਂ ਦੇ ਵਿੱਚ ਸਜ਼ਾ ਦਿੱਤੀ ਗਈ ਹੈ, ਜੋ ਇਸ ਵੇਲੇ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਨੇ। ਐਡਵੋਕੇਟ ਬਿਕਰਮਜੀਤ ਸਿੰਘ ਪਾਸੀ ਤੋਂ ਜਾਣਾਂਗੇ ਕਿ ਉਹਨਾਂ ਦੀ ਇਸ ਸੰਬੰਧੀ ਕੀ ਜਵਾਬ ਨੇ ਕਿ ਕਿਸ ਤਰ੍ਹਾਂ ਇੱਕ ਅਪਰਾਧੀ ਨੂੰ ਜਾਂ ਕੈਦੀ ਨੂੰ ਜਿਹੜੀ ਸਜ਼ਾ ਹੈ ਉਹਦੀ ਪੈਰੋਲ ਮਿਲ ਸਕਦੀ ਹੈ। ਤੁਸੀਂ ਜਾਣਦੇ ਹੋ ਕਿ ਮੀਡੀਆ ਰਿਪੋਰਟਾਂ ਦੇ ਮੁਤਾਬਕ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਸੀ ਪਿਛਲੀ 24 ਅਕਤੂਬਰ ਨੂੰ 24 ਘੰਟਿਆਂ ਲਈ। ਇਹਦੇ 'ਚ ਇਹ ਜਾਣਕਾਰੀ ਦਿਓ ਕਿ ਪੈਰੋਲ ਹੈ ਜਿਹੜੀ ਉਹ ਕਿਸ ਪੋਜੀਸ਼ਨ ਦੇ ਵਿੱਚ ਮਿਲਦੀ ਹੈ ਜਾਂ ਕਿਸ ਪੋਜੀਸ਼ਨ ਦੇ ਵਿੱਚ ਬਿਲਕੁਲ ਨਹੀਂ ਦਿੱਤੀ ਜਾ ਸਕਦੀ। ਜੀ ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਤੇ ਅਕਾਲ ਚੈਨਲ ਦੀ ਸਾਰੀ ਟੀਮ ਨੂੰ। ਜੀ ਸਤਿ ਸ੍ਰੀ ਅਕਾਲ ਜੀ। ਜਿਹੜੀ ਪੈਰੋਲ ਦਿੱਤੀ ਗਈ ਹੈ ਬੜੀ ਸੋਸ਼ਲ ਮੀਡੀਆ ਤੇ ਖਬਰਾਂ ਆਈਆਂ, ਕਿਉਂਕਿ ਸਰਕਾਰ ਵੱਲੋਂ ਤਾਂ ਇਸ ਦਾ ਪਹਿਲਾਂ ਕੋਈ ਖੁਲਾਸਾ ਨਹੀਂ ਸੀ ਜੀ। 24 ਘੰਟੇ ਲਈ 24 ਅਕਤੂਬਰ ਨੂੰ ਪੈਰੋਲ ਦਿੱਤੀ ਗਈ ਹੈ। ਔਰ ਜੋ ਸੁਣਨ ਚ ਆਇਆ, ਜੋ ਪੜ੍ਹਨ ਚ ਆਇਆ, ਉਹ ਇਹ ਹੈ ਕਿ ਰਾਮ ਰਹੀਮ ਦੀ ਪਤਨੀ ਹਰਜੀਤ ਕੌਰ ਨੇ ਪਲੀ ਲਿੱਤੀ ਕਿ ਉਹਦੀ ਮਦਰ ਨਸੀਬ ਕੌਰ ਜੋ 85 ਸਾਲ ਦੀ ਹੈ, ਗੁੜਗਾਵਾਂ ਕਿਸੇ ਹਸਪਤਾਲ ਦੇ ਵਿੱਚ ਹਾਰਟ ਪ੍ਰੋਬਲਮ ਕਰਕੇ ਸੀਰੀਅਸਲੀ ਇਲ ਹੈ ਜੀ। ਤੇ ਉਸ ਤੋਂ ਪਹਿਲਾਂ ਵੀ ਰਾਮ ਰਹੀਮ ਨੇ 42 ਦਿਨਾਂ ਦੀ ਪੈਰੋਲ ਮੰਗੀ ਸੀ ਖੇਤੀ ਕਰਨ ਦੇ ਲਈ, ਉਹ ਰਿਜੈਕਟ ਹੋ ਗਈ ਸੀ। ਪੈਰੋਲ ਜੋ ਜਿੱਦਾਂ ਹੁਣ ਹੈ ਕਿ ਪੰਜਾਬ ਜੇਲ੍ਹ ਮੈਨੂਅਲ, ਪ੍ਰਿਜ਼ਨ ਐਕਟ 1888, ਪ੍ਰਿਜ਼ਨਰਸ ਐਕਟ 1900 ਦੇ ਤਹਿਤ ਦਿੱਤੀ ਜਾਂਦੀ ਸੀ। ਤੇ 1988 ਦੇ ਵਿੱਚ ਹਰਿਆਣਾ ਗੁੱਡ ਕੰਡਕਟ ਪ੍ਰਿਜ਼ਨਰਸ ਟੈਂਪਰੇਰੀ ਰਿਲੀਜ਼ ਐਕਟ 1988 ਪਾਸ ਹੋਇਆ, ਜਿਹਨੂੰ 8 ਸਤੰਬਰ 1988 ਨੂੰ ਗਵਰਨਰ ਦੀ ਅਸੈਂਟ ਮਿਲੀ ਤੇ 13 ਸਤੰਬਰ 1988 ਨੂੰ ਇਹ ਗਜਟ 'ਚ ਪਬਲਿਸ਼ ਹੋਇਆ ਤੇ ਲਾਗੂ ਹੋਇਆ ਜੀ। ਉਸ ਦੇ ਵਿੱਚ ਪੈਰੋਲ ਦੀ ਪ੍ਰੋਵੀਜ਼ਨਸ ਦੱਸੀਆਂ ਗਈਆਂ। ਜਦ ਪਹਿਲਾਂ ਤਾਂ ਮੈਂ ਦੱਸ ਦਿੰਦਾ, ਜੇਲ੍ਹ ਮੈਨੂਅਲ ਜਾਂ ਪਹਿਲਾਂ ਜੋ ਪ੍ਰੋਵੀਜ਼ਨ ਸੀਗੀਆਂ ਉਹਨਾਂ ਦੇ ਤਹਿਤ ਮੈਰਿਜ ਦੇ ਵਿੱਚ, ਫੈਮਿਲੀ ਦੇ ਵਿੱਚ ਕੋਈ ਇਮੀਡੀਏਟ ਫੈਮਿਲੀ ਦੇ ਵਿੱਚ ਮੈਰਿਜ ਹੋਵੇ, ਕੋਈ ਡੈਥ ਹੋ ਜੇ, ਕੁਝ ਸਪੈਸ਼ਲ ਸਰਕਮਸਟਾਂਸਿਸ ਦੇ ਵਿੱਚ ਪੈਰੋਲ ਦਿੱਤੀ ਜਾਂਦੀ ਸੀ। ਲੇਕਿਨ ਜੋ ਕੰਡੀਸ਼ਨ ਸੀ ਜਿਨ੍ਹਾਂ ਨੂੰ ਪੈਰੋਲ ਨਹੀਂ ਸੀ ਦਿੱਤੀ ਜਾ ਸਕਦੀ, ਜਿਵੇਂ ਕਿ ਪ੍ਰਿਜ਼ਨਰਸ ਇਨਵੋਲਵਡ ਅਗੇਂਸਟ ਸਟੇਟ, ਕ੍ਰਾਈਮ ਅਗੇਂਸਟ ਸਟੇਟ, ਉਹਦੇ 'ਚ ਥ੍ਰੈਟ ਟੂ ਨੈਸ਼ਨਲ ਸਿਕਿਉਰਿਟੀ, ਔਰ ਜੋ ਨਾਨ ਸਿਟੀਜ਼ਨ ਸੀਗੇ ਇੰਡੀਆ ਦੇ, ਉਹਨਾਂ ਨੂੰ ਨਹੀਂ ਦਿੱਤੀ ਜਾਂਦੀ ਸੀ। ਹੁਣ ਜਿਹੜਾ ਹਰਿਆਣਾ ਸਰਕਾਰ ਨੇ ਐਕਟ ਪਾਸ ਕੀਤਾ, ਹਰਿਆਣਾ ਗੁੱਡ ਕੰਡਕਟ ਪ੍ਰਿਜ਼ਨਰਸ ਟੈਂਪਰੇਰੀ ਰਿਲੀਜ਼ ਐਕਟ, ਉਹਦੇ ਤਹਿਤ ਜਿਹੜੀ ਪੈਰੋਲ ਦੀਆਂ ਕੰਡੀਸ਼ਨਸ ਇਹਨਾਂ ਨੇ ਲਗਾਈਆਂ, ਉਹਦੇ 'ਚ ਖੇਤੀ ਵੀ ਸ਼ਾਮਲ ਕੀਤੀ ਸੀ, ਪਰ ਰਾਮ ਰਹੀਮ ਦੀ ਪਹਿਲਾਂ ਰਿਜੈਕਟ ਹੋਈ ਸੀ। ਉਹਦੇ 'ਚ ਮੈਰਿਜ ਅਗਰ ਇਮੀਡੀਏਟ ਫੈਮਿਲੀ ਦੇ ਵਿੱਚ ਹੋਵੇ, ਡੈਥ ਜਾਂ ਸੀਰੀਅਸ ਇਲਨੈਸ ਹੋਵੇ ਕਿਸੇ ਫੈਮਿਲੀ ਮੈਂਬਰ ਦੀ, ਫੈਮਿਲੀ ਮੈਂਬਰ ਇਨਕਲੂਡਿੰਗ ਵਾਈਫ, ਹਸਬੈਂਡ, ਮਦਰ, ਫਾਦਰ, ਸਨ, ਡਾਟਰ ਜੀ। ਈਵਨ ਕਿ ਉਹਨਾਂ ਨੇ ਇਹ ਵੀ ਕਰਤਾ ਸੀ ਕਿ ਕੰਸਟਰਕਸ਼ਨ ਆਫ ਹਾਊਸ ਦੇ ਲਈ ਵੀ ਪੈਰੋਲ ਦਿੱਤੀ ਜਾ ਸਕਦੀ ਹੈ, ਐਗਰੀਕਲਚਰ ਐਕਟੀਵਿਟੀ ਦੇ ਲਈ ਦਿੱਤੀ ਜਾ ਸਕਦੀ ਹੈ। ਲੇਕਿਨ ਉਹਦੇ ਵਿੱਚ ਵੀ ਉਹਨਾਂ ਨੇ ਸੈਕਸ਼ਨ 5A ਦੇ ਵਿੱਚ ਇੱਕ ਹਾਰਡ ਕੋਡ ਕ੍ਰਿਮੀਨਲਸ ਦੇ ਉੱਤੇ ਕੰਡੀਸ਼ਨਸ ਲਗਾਈਆਂ ਕਿ ਜਿਨ੍ਹਾਂ ਨੂੰ ਪੈਰੋਲ ਨਹੀਂ ਦਿੱਤੀ ਜਾ ਸਕਦੀ ਜੀ। ਜਿਵੇਂ ਮੈਂ ਪਹਿਲਾਂ ਦੱਸਿਆ, ਜਰਨਲ ਐਕਟ ਦੇ ਵਿੱਚ ਜੋ ਇੰਡੀਆ ਦੇ ਵਿੱਚ ਪੂਰੀ ਤਰ੍ਹਾਂ ਲਾਗੂ ਹੁੰਦਾ ਹੈ, ਉਹਦੇ ਵਿੱਚ ਜੋ ਕਿਸੇ ਨੇ ਵਾਰ ਅਗੇਂਸਟ ਸਟੇਟ ਕੀਤੀ ਹੈ ਜਾਂ ਨਾਨ ਇੰਡੀਅਨ ਹੈ, ਉਹਨਾਂ ਨੂੰ ਨਹੀਂ ਦਿੱਤੀ ਜਾ ਸਕਦੀ ਸੀ। ਇਹਨਾਂ ਨੇ ਸੈਕਸ਼ਨ 5A ਦੇ ਵਿੱਚ ਜਿਹੜੇ ਹਾਰਡ ਕੋਰ ਕ੍ਰਿਮੀਨਲਸ ਰੱਖੇ ਹੈ, ਉਹਦੇ ਵਿੱਚ ਜਿਨ੍ਹਾਂ ਨੇ ਕਿਸੇ ਨੇ ਸਟੇਟ ਦੇ ਅਗੇਂਸਟ ਵਾਰ ਕੀਤੀ ਹੈ, ਜਿਨੇ ਬੱਚਿਆਂ ਦੀ ਮਾਈਨਰਸ ਦੀ ਖਰੀਦੋ ਫਰੋਖਤ ਪ੍ਰੋਸਟੀਟਿਊਸ਼ਨ ਦੇ ਲਈ ਕੀਤੀ ਹੈ, ਜਿਨ੍ਹਾਂ ਨੇ ਮਰਡਰ ਐਂਡ ਰੇਪ ਕੀਤਾ ਹੈ, ਇਹੋ ਜਿਹੇ ਐਲੀਗੇਸ਼ਨਸ ਜਿਹੜੇ ਹੈ
ਉਹਨਾਂ ਜਿਨ੍ਹਾਂ ਨੂੰ ਸਜ਼ਾ ਦਿੱਤੀ ਗਈ ਆ ਉਹਨਾਂ ਨੂੰ ਪੈਰੋਲ ਡਿਨਾਈ ਕੀਤੀ ਜਾ ਸਕਦੀ। ਰਾਮ ਰਹੀਮ ਦੇ ਕੇਸ ਦੇ ਵਿੱਚ ਜੋ ਲਿੱਤੀ ਗਈ ਆ ਉਹ ਮਦਰ ਦੀ ਹਾਰਟ ਪ੍ਰੋਬਲਮ ਦੀ ਪਲੀ ਲਿੱਤੀ ਗਈ ਹੈ। ਸੋ ਇਹ ਤਾਂ ਹੈਗੀ ਆ ਇਹਦੀ ਲੀਗਲ ਪ੍ਰੋਵੀਜ਼ਨ ਜੀ। ਲੇਕਿਨ ਹੁਣ ਜਦੋਂ ਹਾਰਡਕੋਰ ਕ੍ਰਿਮੀਨਲ ਦੀ ਆਉਂਦੀ ਹੈ ਤਾਂ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਜਦੋਂ ਰੇਪ ਕੇਸਿਸ ਦੇ ਵਿੱਚ 2017 ਦੇ ਵਿੱਚ ਸਜ਼ਾ ਸੁਣਾਈ ਗਈ ਸੀ ਤਾਂ ਸਿਰਸਾ ਔਰ ਪੰਚਕੂਲਾ ਜ਼ਿਲ੍ਹਿਆਂ ਦੇ ਵਿੱਚ ਬੜੀ ਹਿੰਸਾ ਹੋਈ ਸੀ। ਤਕਰੀਬਨ 40 ਦੇ ਕਰੀਬ ਖਬਰਾਂ ਆਈਆਂ ਸੀਗੀਆਂ ਕਿ 40 ਦੇ ਕਰੀਬ ਬੰਦੇ ਮਾਰੇ ਗਏ ਜੀ। ਔਰ ਉਹਦੇ ਲਈ ਇਹ ਵੀ ਐਲੀਗੇਸ਼ਨ ਲੱਗੇ ਸੀਗੇ, ਪਰ ਕਿਉਂਕਿ ਹਲੇ ਉਹ ਕਨਵਿਕਟ ਨਹੀਂ ਹੋਏ ਉਹਨਾਂ ਆਫੈਂਸਿਸ ਦੇ ਵਿੱਚ ਕਿ ਜੀ ਇਹ ਬੜਾ ਪਲਾਨਿੰਗ ਦੇ ਨਾਲ ਕੀਤਾ ਗਿਆ ਜਾਂ ਕਿਆ ਹੋਇਆ। ਅਦਰਵਾਈਜ਼ ਅਗਰ ਤੁਸੀਂ ਦੇਖੋਗੇ ਕਿ ਇਸ ਪੈਰੋਲ ਨੂੰ ਕਨਫਰਮ ਕੀਤਾ ਰਾਹੁਲ ਸ਼ਰਮਾ ਜੋ ਐਸਪੀ ਹੈ ਹਰਿਆਣਾ ਰੋਹਤਕ ਦੇ, ਉਹਨਾਂ ਨੇ, ਤੇ ਹੁਣ ਤਾਂ ਜੇਲ੍ਹ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਵੀ ਇਹ ਗੱਲ ਐਡਮਿਟ ਕੀਤੀ ਹੈ ਕਿ ਹਾਂਜੀ 24 ਘੰਟੇ ਦੀ ਪੈਰੋਲ ਨਿਯਮ ਅਨੁਸਾਰ ਉਹਦੀ ਮਦਰ ਦੀ ਬਿਮਾਰੀ ਦੇ ਕਾਰਨ ਦਿੱਤੀ ਜੀ। ਇਹ ਹੈ ਇਹਦੀ ਲੀਗਲ ਪ੍ਰੋਵੀਜ਼ਨ। ਸੁਰੱਖਿਆ ਦੇ ਕੋਈ ਪ੍ਰਬੰਧ ਉੱਥੇ ਕੀਤੇ ਗਏ ਸੀ? ਉਹਦੇ ਚ ਏਦਾਂ ਹੈ ਕਿ 2 ਲੜਕੀਆਂ ਦੇ ਰੇਪ ਦੇ ਜੋ ਹੈ ਕਨਵਿਕਸ਼ਨ ਹੋਈ ਸੀ, 10-10 ਸਾਲ ਦੀ 20 ਸਾਲ ਦੀ ਟੋਟਲ ਕੇ ਅਲੱਗ ਇੱਕ ਤੋਂ ਬਾਅਦ ਇੱਕ ਚੱਲੂਗੀ। ਉਸ ਤੋਂ ਬਾਅਦ ਇਸੇ ਸਾਲ ਸਟਾਰਟਿੰਗ ਦੇ ਵਿੱਚ ਛਤਰਪਤੀ ਪੱਤਰਕਾਰ ਦੀ ਮਰਡਰ ਦੇ ਵਿੱਚ ਇਹਨਾਂ ਨੂੰ ਦੋਸ਼ੀ ਪਾਇਆ ਗਿਆ ਔਰ ਲਾਈਫ ਇੰਪ੍ਰਿਜ਼ਨਮੈਂਟ ਕੀਤੀ ਗਈ ਜੀ। ਔਰ ਜਿੱਥੋਂ ਤੱਕ ਸੁਰੱਖਿਆ ਦਾ ਸਵਾਲ ਹੈ, ਜੋ ਸੁਣਨ ਚ ਆਇਆ ਜਾਂ ਪੜ੍ਹਨ ਚ ਆਇਆ, ਉਹ ਇਹ ਦੱਸਿਆ ਗਿਆ ਜੀ ਕਿ ਤਕਰੀਬਨ 3 ਕੰਪਨੀਆਂ ਜਿਸ ਚ 80 ਤੋਂ 100 ਸੁਰੱਖਿਆ ਮੁਲਾਜ਼ਮ ਹੁੰਦੇ ਆ, ਤਕਰੀਬਨ 250 ਤੋਂ 300 ਬੰਦੇ ਜਿਹੜਾ ਹੈ ਜੀ ਇਹਨਾਂ ਦੀ ਸੁਰੱਖਿਆ ਲਈ ਲਗਾਏ ਗਏ ਔਰ ਬਖਤਰਬੰਦ ਗੱਡੀ 'ਚ ਇਹਨਾਂ ਨੂੰ ਲਿਜਾਇਆ ਗਿਆ, ਜਿੱਥੇ ਇਹਨਾਂ ਨੂੰ ਬੇਸਮੈਂਟ ਦੇ ਵਿੱਚ ਜੀ ਉਹ ਗੱਡੀ ਲਿਜਾਈ ਗਈ। ਤੇ ਕਹਿੰਦੇ ਜਿਸ ਫਲੋਰ ਤੇ ਇਹਨਾਂ ਦੀ ਮਾਤਾ ਦਾਖਲ ਸੀ ਉਹ ਟੋਟਲ ਫਲੋਰ ਖਾਲੀ ਕਰਾ ਦਿੱਤਾ ਗਿਆ ਜੀ। ਤੇ ਇਸੇ ਲਈ ਮੈਨੂੰ ਲੱਗਦਾ ਹੋ ਸਕਦਾ ਸੁਰੱਖਿਆ ਕਾਰਨਾਂ ਕਰਕੇ ਹੀ ਗਵਰਨਮੈਂਟ ਨੇ ਇਹ ਗੱਲ ਰਿਲੀਜ਼ ਨਾ ਕੀਤੀ ਹੋਵੇ, ਪਬਲਿਸ਼ ਨਾ ਕੀਤੀ ਹੋਵੇ ਜੀ। ਤੇ ਤਕਰੀਬਨ 250 ਤੋਂ 300 ਸੁਣਨ ਚ ਆਇਆ ਕਿ ਮੁਲਾਜ਼ਮ ਇਹਨਾਂ ਦੀ ਸੁਰੱਖਿਆ ਦੇ ਵਿੱਚ ਤਾਇਨਾਤ ਕੀਤਾ ਗਿਆ ਜਦੋਂ ਇਹਨਾਂ ਨੂੰ ਜੇਲ੍ਹ ਤੋਂ ਹਸਪੀਟਲ ਜਾਂ ਹਸਪੀਟਲ ਤੋਂ ਜੇਲ੍ਹ ਲੈ ਜਾਇਆ ਗਿਆ। ਜੋ ਇਹਨਾਂ ਦੇ ਅਪਰਾਧ ਨੇ ਜਿਨ੍ਹਾਂ ਦੀ ਇਹਨਾਂ ਨੂੰ ਸਜ਼ਾ ਦਿੱਤੀ ਗਈ ਹੈ ਉਹਦੇ ਹਿਸਾਬ ਨਾਲ ਇਹ ਦੱਸੋ ਕਿ ਪੈਰੋਲ ਹੈ ਜਿਹੜੀ ਉਹ ਮਿਲਣੀ ਜਾਇਜ਼ ਸੀ ਜਾਂ ਨਜਾਇਜ਼ ਸੀ? ਦੇਖੋ ਜਿਹੜਾ ਹਰਿਆਣਾ ਗਵਰਨਮੈਂਟ ਦਾ ਐਕਟ ਪਾਸ ਹੋਇਆ ਜੀ, ਉਹਦੇ ਵਿੱਚ ਅਗਰ ਉਹਨਾਂ ਦੀ ਪ੍ਰੋਵੀਜ਼ਨਸ ਨੂੰ ਆਪਾਂ ਦੇਖਾਂਗੇ ਤਾਂ ਮਦਰ ਦੀ ਇਲਨੈਸ ਜੋ ਸਾਹਮਣੇ ਆਈ ਹੈ, ਹਾਰਟ ਪ੍ਰੋਬਲਮ ਆਈ ਹੈ ਔਰ 85 ਇਅਰਸ ਉਹਦੀ ਏਜ ਦੱਸੀ ਗਈ ਹੈ ਜੀ। ਤੇ ਇਹ ਜਿਹੜਾ ਹੈ ਡਿਬੇਟ ਦਾ ਵਿਸ਼ੇ ਹੈ, ਇਹ ਕੋਰਟ 'ਚ ਹੀ ਡਿਸਾਈਡ ਹੋ ਸਕਦਾ ਹੈ ਕਿ ਉਹਨੂੰ ਪੈਰੋਲ ਮਿਲਣੀ ਚਾਹੀਦੀ ਸੀ ਕਿ ਨਹੀਂ ਮਿਲਣੀ ਚਾਹੀਦੀ ਸੀ ਜੀ ਜੀ। ਕਿਉਂਕਿ ਅਗਰ ਉਸ ਦੀ ਪੂਰੀ ਡਿਟੇਲ ਆਪਾਂ ਸੈਕਸ਼ਨ 5A ਮੈਂ ਕੰਪਲੀਟ ਕਰਨਾ ਚਾਹੂੰਗਾ। ਸੈਕਸ਼ਨ 5A ਜੋ ਇਹਨਾਂ ਨੇ ਐਕਟ ਪਾਸ ਕੀਤਾ ਨਾ ਜੀ, ਮੈਂ ਉਹਦੀ ਪ੍ਰੋਵੀਜ਼ਨ ਤੁਹਾਨੂੰ ਦੱਸ ਦਿੰਦਾ। ਉਹਦੇ ਚ ਸੈਕਸ਼ਨ ਐਕਟ ਦੇ ਵਿੱਚ ਸੈਕਸ਼ਨ 5A ਹੈ, notwithstanding anything contained in section 3 and 4 no hardcore prisoner shall be entitled to temporary release। ਉਹਦੇ ਚ ਇਹ ਜਿਹੜਾ ਹਾਰਡਕੋਰ ਕ੍ਰਿਮੀਨਲ ਹੈ ਉਹਨੂੰ ਟੈਂਪਰੇਰੀ ਰਿਲੀਜ਼ ਨਹੀਂ ਕੀਤਾ ਜਾ ਸਕਦਾ, 5A ਹੈ ਇਸੇ ਐਕਟ ਦਾ ਜੀ। ਲੇਕਿਨ ਉਹਦੇ ਚ ਉਹਨਾਂ ਨੇ ਜੋ ਕੰਡੀਸ਼ਨਸ ਲਗਾਈਆਂ ਹਾਰਡਕੋਰ ਕ੍ਰਿਮੀਨਲ ਦੀ ਜੋ ਦੱਸੀ ਹੈ ਉਹ ਕਿਹੜੇ ਕਿਹੜੇ ਦੱਸੇ ਹੈ, ਉਹ ਸੈਕਸ਼ਨ 2A ਦੇ ਵਿੱਚ ਦੱਸੇ ਹੈ ਜੀ ਇਹਨਾਂ ਨੇ, ਸੈਕਸ਼ਨ 2A ਦੇ ਵਿੱਚ ਜੀ। ਸੋ ਇਹ ਕੋਰਟ ਦੇ ਵਿੱਚ ਵਿਸ਼ੇ ਹੋ ਸਕਦਾ ਹੈ ਬਹਿਸ ਦਾ। ਔਰ ਹਾਰਡਕੋਰ ਕ੍ਰਿਮੀਨਲ ਨੂੰ ਵੀ ਫਿਰ ਇਹਨਾਂ ਨੇ ਪ੍ਰੋਵੀਜ਼ਨ ਦੇ ਦਿੱਤੀ ਕਿ ਜਿਹੜੇ ਹਾਰਡਕੋਰ ਕ੍ਰਿਮੀਨਲਸ ਹੈ ਉਹਨਾਂ ਨੂੰ ਕਿਹਨਾਂ ਹਾਲਾਤਾਂ ਦੇ ਵਿੱਚ ਪੈਰੋਲ ਦਿੱਤੀ ਜਾ ਸਕਦੀ ਹੈ ਜੀ। ਉਹ ਦੱਸਿਆ ਇਹਨੇ ਜੀ, ਹੀ ਮੇ ਬੀ ਰਿਲੀਜ਼ਡ temporary basis to attend the marriage of his grandchild or sibling, death of his grandparent, parent, grandparents-in-law, parent-in-law, sibling, spouse, child or grandchild, or ਮੈਰਿਜ ਦੇ ਲਈ ਜੀ। ਲੇਕਿਨ ਉਹਦੇ ਵਿੱਚ ਨਾ ਸਰ ਬੜੀ ਇੱਕ ਚੀਜ਼ ਮੈਨੂੰ ਜੋ ਨਜ਼ਰ ਆ ਰਹੀ ਹੈ ਕਿ ਉਹਦੇ ਚ ਇਲਨੈਸ ਦਾ ਪੁਆਇੰਟ ਜਿਹੜਾ ਹੈ ਡਿਬੇਟੇਬਲ ਹੈ ਜੀ। ਇਲਨੈਸ ਦੇ ਪੁਆਇੰਟ ਦੇ ਉੱਤੇ ਹਾਰਡਕੋਰ ਕ੍ਰਿਮੀਨਲ ਦੀ ਸੈਕਸ਼ਨ 5A ਦੇ ਵਿੱਚ ਕਲੀਅਰ ਪ੍ਰੋਵੀਜ਼ਨ ਨਹੀਂ ਇਹਨਾਂ ਨੇ ਕਲੀਅਰ ਕੀਤੀ ਗਈ ਜੀ। ਹਾਂਜੀ ਜੀ, ਇਹਦੇ ਵਿੱਚ ਇਹ ਦੱਸੋ ਕਿ ਸਜ਼ਾ ਦੇ ਦੌਰਾਨ ਇਹ ਕਿੰਨੇ ਟਾਈਮ ਲਈ ਨਿਰਧਾਰਿਤ ਹੁੰਦਾ ਹੈ ਕਿ ਉਹਦੀ ਜਿਹੜੀ ਪੈਰੋਲ ਹੈ ਉਹ ਦਿੱਤੀ ਜਾਣੀ ਹੈ? ਦੇਖੋ ਐਕਟ ਦੇ ਨਾਮ ਤੋਂ ਹੀ ਕਲੀਅਰ ਹੈ, ਹਰਿਆਣਾ ਗੁੱਡ ਕੰਡਕਟ ਪ੍ਰਿਜ਼ਨਰਸ ਜੀ, ਕਿ ਅਗਰ ਉਹਨਾਂ ਦਾ ਕੰਡਕਟ ਜੇਲ੍ਹ ਦੇ ਵਿੱਚ ਗੁੱਡ ਰਿਹਾ ਹੈ ਜੀ, ਉਹਦੇ ਲਈ ਵੈਸੇ ਤਾਂ ਪ੍ਰੋਵੀਜ਼ਨ ਦੱਸਿਆ ਗਿਆ ਕਿ ਉਹਦੀ ਰਿਪੋਰਟ ਬਣਾਈ ਜਾਂਦੀ ਹੈ ਕਿ ਹਾਂ ਇਹਨਾਂ ਦਾ ਕਿੱਦਾਂ ਦਾ ਕੰਡਕਟ ਰਿਹਾ, ਜੇਲ੍ਹ ਦੇ ਵਿੱਚ ਇਹਨਾਂ ਨੇ ਕਿੰਨਾ ਕੁ ਕੋਆਪਰੇਟ ਕੀਤਾ ਹੈ।
है ना। हुण ਉਹ ਚੀਜ਼ਾਂ ਫੋਲੋ ਹੋਈਆਂ ਜਾਂ ਨਹੀਂ, ਇਹ ਤਾਂ ਜਦੋਂ ਇਹ ਪੂਰੇ ਡਾਕੂਮੈਂਟਸ ਬਾਹਰ ਆਣਗੇ ਉਦੋਂ ਹੀ ਪਤਾ ਲੱਗ ਸਕਦਾ ਹੈ ਜੀ, ਉਦੋਂ ਹੀ ਡਿਬੇਟ ਕੀਤੀ ਜਾ ਸਕਦੀ ਹੈ ਜੀ ਕਿ ਇਹ ਚੀਜ਼ਾਂ ਉਹਨਾਂ ਦਾ ਕੰਡਕਟ ਕਿੱਦਾਂ ਰਿਹਾ। ਔਰ ਦੂਜੀ ਗੱਲ ਜਿਹੜੀ ਪੈਰੋਲ ਹੈ ਇਸ ਐਕਟ ਦੇ ਤਹਿਤ ਮੈਕਸਿਮਮ 1 ਈਅਰ ਦੇ ਵਿੱਚ 6 ਵੀਕਸ ਦੇ ਲਈ ਦਿੱਤੀ ਜਾ ਸਕਦੀ ਹੈ ਜੀ। ਉਹਦੇ ਵਿੱਚ ਅਪਰਾਧ ਸ਼ਾਮਲ ਹੁੰਦਾ ਹੈ ਕਿ ਅਪਰਾਧ ਹੈ ਜਿਹੜਾ ਉਹ ਕਿਸ ਹੱਦ ਤੱਕ ਹੈ? ਹਾਂ, ਉਹੀ ਮੈਂ ਦੱਸ ਰਿਹਾ ਜੀ ਕਿ ਉਹਦੇ ਚ ਦੱਸਿਆ ਹੋਇਆ ਕਿ ਕਿਹੜੇ ਅਪਰਾਧੀਆਂ ਨੂੰ ਇਹ ਨਹੀਂ ਦਿੱਤੀ ਜਾ ਸਕਦੀ ਜੀ। ਠੀਕ ਹੈ ਜੀ। ਉਹ ਮੈਂ ਤੁਹਾਨੂੰ ਐਕਚੁਅਲ ਪ੍ਰੋਵੀਜ਼ਨ ਦੱਸ ਦਿੰਦਾ ਜੀ ਕਿ ਉਹਦੇ ਵਿੱਚ ਜੋ ਇਹਨਾਂ ਨੇ ਦੱਸਿਆ ਕਿ ਕਿਹਨਾਂ ਨੂੰ ਡਿਨਾਈ ਕੀਤਾ ਜਾ ਸਕਦਾ। ਡਿਨਾਇਲ ਕਿਹਨਾਂ ਦੀ ਹੈ ਜੀ? ਕਿ ਜਿਨ੍ਹਾਂ ਨੇ IPC ਦੇ ਚੈਪਟਰ 7 ਔਰ 12 ਦੇ ਵਿੱਚ ਜਿਹੜੇ offenses ਦਰਜ ਹੈ ਉਹ ਇਹਨਾਂ ਤੇ ਨਹੀਂ ਲਾਗੂ ਹੋਏ। ਉਹ ਅਗਰ 2 ਲਗਾਤਾਰ ਸਜ਼ਾਵਾਂ ਹੋ ਗਈਆਂ, ਪਰ ਉਹ ਸਟੈਂਪ ਐਕਟ ਦੇ ਤਹਿਤ ਹੈ ਜਾਂ ਦੂਜੇ ਐਕਟ ਹੈ। ਔਰ ਤੀਸਰੀ ਜਿਹੜੀ ਇਹਨਾਂ ਦੀ ਡਿਨਾਇਲ ਹੈ ਜੋ ਕ੍ਰਿਮੀਨਲ ਐਕਟੀਵਿਟੀਜ਼ ਅਗੇਂਸਟ ਸਟੇਟ ਹੈ ਜੀ, ਥ੍ਰੈਟ ਟੂ ਨੈਸ਼ਨਲ ਸਿਕਿਉਰਿਟੀ ਹੈ। ਉਹ ਜਿਹੜੇ ਪੁਆਇੰਟਸ ਹੈ ਨਾ ਜੀ, ਉਹਨਾਂ ਦੇ ਉੱਤੇ ਜਿਹੜਾ ਹੈ ਇਹਨਾਂ ਨੂੰ ਡਿਨਾਈ ਕੀਤੀ ਜਾ ਸਕਦੀ ਹੈ। ਲੇਕਿਨ ਫਿਲਹਾਲ ਕਿਉਂਕਿ ਜਿਹੜਾ ਉਹ ਪੰਚਕੂਲਾ ਜਾਂ ਸਿਰਸਾ ਹਿੰਸਾ ਵਾਲਾ ਕੇਸ ਹੈ ਨਾ ਜੀ, ਉਹਦੇ ਚ ਤਾਂ ਹਲੇ ਸਜ਼ਾ ਨਹੀਂ ਹੋਈ ਜਾਂ ਉਹਨਾਂ ਚ ਕਿਆ ਰਿਜ਼ਲਟ ਆਣਾ ਹੈ ਤਾਂ ਕੋਰਟ ਡਿਸਾਈਡ ਕਰੇਗੀ ਜੀ। ਅਗਰ ਉਸ ਪੁਆਇੰਟ ਤੇ ਆ ਕੇ ਮਦਰ ਦੀ ਇਲਨੈਸ ਨੂੰ ਦੇਖਦੇ ਹੋਏ ਅਗਰ ਇਹਨਾਂ ਨੇ ਪ੍ਰੋਪਰ ਪ੍ਰੋਸੀਜਰ ਫੋਲੋ ਕੀਤਾ ਹੈ, ਪ੍ਰੋਪਰ ਇਹਨਾਂ ਦਾ ਕੰਡਕਟ ਗੁੱਡ ਰਿਹਾ ਹੈ, ਫਿਰ ਤਾਂ ਕਿਹਾ ਜਾ ਸਕਦਾ ਹੈ ਕਿ 24 ਘੰਟੇ ਦੀ ਪੈਰੋਲ ਹੋਈ ਹੈ, ਠੀਕ ਹੋਈ ਹੈ। ਲੇਕਿਨ ਇਹ ਡਿਬੇਟੇਬਲ ਪੁਆਇੰਟਸ ਹੈ, ਇਹ ਸਾਰਾ ਦੇਖਣਾ ਪਏਗਾ ਕਿ ਉਹਨਾਂ ਨੇ ਕਿਆ ਗਰਾਊਂਡਸ ਲਏ ਆ, ਇਹਨਾਂ ਨੇ ਕਿਆ ਉਹਦੀ ਵੈਰੀਫਿਕੇਸ਼ਨ ਕੀਤੀ ਹੈ, ਕਿਆ ਉਹਨਾਂ ਦੇ ਕੰਡਕਟ ਦੀ ਰਿਪੋਰਟ ਆਈ ਹੈ। ਕਿਉਂਕਿ ਐਕਟ ਦੇ ਨਾਮ ਤੋਂ ਹੀ ਕਲੀਅਰ ਹੈ ਜੀ ਕਿ ਗੁੱਡ ਕੰਡਕਟ ਹੋਣਾ ਚਾਹੀਦਾ ਹੈ ਜੀ। ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਗੁੱਡ ਕੰਡਕਟ ਆ ਉਹ ਜੇਲ੍ਹ ਦੇ ਅੰਦਰ ਹੋਣਾ ਚਾਹੀਦਾ ਜਾਂ ਜੇਲ੍ਹ ਤੋਂ ਪਹਿਲਾਂ ਸਜ਼ਾ ਹੋਣ ਤੋਂ ਪਹਿਲਾਂ ਦਾ ਜਿਹੜਾ ਵਿਵਹਾਰ ਹੈ ਜਾਂ ਜਿਹੜੇ ਹਿਸਾਬ ਨਾਲ ਇਹਨਾਂ ਨੂੰ ਸਜ਼ਾ ਦਿੱਤੀ ਗਈ ਹੈ ਉਹ ਵੀ ਕੋਈ ਮੈਟਰ ਕਰਦਾ? ਨਹੀਂ, ਇਹ ਜੇਲ੍ਹ ਦਾ ਗੁੱਡ ਕੰਡਕਟ ਹਰਿਆਣਾ ਗੁੱਡ ਕੰਡਕਟ ਪ੍ਰੋਵੀਜ਼ਨਸ ਹੈ ਜੀ, ਪ੍ਰਿਜ਼ਨਰਸ ਟੈਂਪਰੇਰੀ ਰਿਲੀਜ਼ ਐਕਟ ਹੈ। ਤੇ ਦੇਖੋ ਅਗਰ ਸਟੇਟ ਦੇ ਖਿਲਾਫ ਵਾਰ ਹੈ ਫਿਰ ਤਾਂ ਬਿਲਕੁਲ ਨਹੀਂ ਪੈਰੋਲ ਹੋਣੀ ਚਾਹੀਦੀ। ਔਰ ਉਹ ਜਿਹੜਾ ਹਿੰਸਾ ਵਾਲਾ ਹੈ ਉਹ ਹਲੇ ਮੈਟਰ ਆਫ ਟਰਾਇਲ ਹੈ ਜੀ। ਤੇ ਜੇਲ੍ਹ ਦੇ ਵਿੱਚ ਇਹਨਾਂ ਦਾ ਕੰਡਕਟ ਕਿੱਦਾਂ ਰਿਹਾ ਉਹ ਜੇਲ੍ਹ ਦੀ ਰਿਪੋਰਟ ਜੋ ਉੱਥੇ ਜੇਲ੍ਹ ਸੁਪਰਡੈਂਡੈਂਟ ਨੇ ਬਣਾਈ ਹੈ, ਜੋ ਉਹਨਾਂ ਨੇ ਹੋਮ ਸੈਕਟਰੀ ਨੂੰ ਭੇਜੀ ਹੈ, DM ਨੂੰ ਭੇਜੀ ਹੈ, ਉਸ ਤੋਂ ਕਲੀਅਰ ਹੋ ਸਕਦਾ ਹੈ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਬਾਕੀ ਜਿਹੜਾ ਇਹਨਾਂ ਦਾ ਪਹਿਲਾ ਕੰਡਕਟ ਰਿਹਾ ਜੀ, ਸੌਰੀ ਜੀ ਇੱਕ ਮਿੰਟ ਹੈ ਤਾਂ ਮੈਂ ਜੋ ਇਹਨਾਂ ਦਾ ਪਹਿਲਾ ਕੰਡਕਟ ਹੈ, ਜੋ ਇਹਨਾਂ ਤੇ ਐਲੀਗੇਸ਼ਨਸ ਲੱਗੇ ਹੈ ਉਹ ਬੜੇ ਸੀਰੀਅਸ ਰਹੇ ਹੈ ਕਿ ਸਾਧੂਆਂ ਦੀ ਨਪੁੰਸਕਤਾ ਦੇ ਵੀ ਐਲੀਗੇਸ਼ਨ ਲੱਗੇ ਹੈ ਜੀ। 6 ਸਾਧੂਆਂ ਨੇ ਕਿਹਾ ਕਿ ਸਾਨੂੰ ਜਬਰੀ ਨਪੁੰਸਕ ਬਣਾਇਆ ਗਿਆ। ਇੱਕ ਚੌਹਾਨ ਸੀਗਾ ਜੋ ਕਹਿੰਦਾ ਮੈਨੂੰ ਮੇਰੇ ਮਾਂ-ਬਾਪ 15 ਸਾਲ ਦੀ ਉਮਰ 'ਚ ਛੱਡ ਗਏ ਸੀ ਡੇਰੇ, ਮੈਨੂੰ ਜਿਹੜਾ ਹੈ ਜਬਰੀ ਨਪੁੰਸਕ ਬਣਾਇਆ ਗਿਆ 2000 ਦੇ ਵਿੱਚ ਜੀ। ਤੇ ਉਸ ਤੋਂ ਇਲਾਵਾ ਉਹ ਕਹਿੰਦੇ ਸੀ ਕਿ ਜਿਹੜਿਆਂ ਨੂੰ ਨਪੁੰਸਕ ਬਣਾਇਆ ਜਾਂਦਾ ਸੀ ਉਹਨਾਂ ਨੂੰ ਗੁਫਾ ਦੀ ਸਿਕਿਉਰਿਟੀ ਦੇ ਲਈ ਲਗਾਇਆ ਜਾਂਦਾ ਸੀ, ਜਿਵੇਂ ਪਹਿਲਾਂ ਮੁਗਲਾਂ ਦੇ ਟਾਈਮ 'ਚ ਹਰਮ ਹੁੰਦੇ ਸੀ ਜੀ। ਸੋ ਜੋ ਕੋਰਟ ਦੇ ਵਿੱਚ ਸਾਬਿਤ ਹੋਇਆ ਜਾਂ ਜੋ ਪਹਿਲਾਂ ਦਾ ਕੰਡਕਟ ਹੈ ਉਹ ਤਾਂ ਤੁਸੀਂ ਗੁੱਡ ਕਿਸੇ ਹਾਲਤ 'ਚ ਕਹਿ ਹੀ ਨਹੀਂ ਸਕਦੇ ਜੀ। ਇਹ ਕੰਡਕਟ ਦੇਖਿਆ ਜਾਂਦਾ ਹੈ ਜੇਲ੍ਹ ਦੇ ਵਿੱਚ ਕਿੱਦਾਂ ਹੈ। ਉਹ ਜੇਲ੍ਹ ਦੀ ਜਿਹੜੀ ਅਥਾਰਟੀਜ਼ ਨੇ ਰਿਪੋਰਟ ਦਿੱਤੀ ਹੈ ਉਹ ਪੜ੍ਹ ਕੇ, ਕਿਉਂਕਿ ਉਹ ਹਾਲੇ ਤੱਕ ਆਪਣੇ ਕੋਲ ਨਹੀਂ ਆਈ ਜੀ। ਇਹ ਤਾਂ ਇਹਨਾਂ ਨੇ ਗਵਰਨਮੈਂਟ ਨੇ ਤਾਂ ਇਹ ਵੀ ਲੁਕੋਇਆ ਕਿ ਉਹਨਾਂ ਨੂੰ 24 ਘੰਟੇ ਦੀ ਪੈਰੋਲ ਦਿੱਤੀ ਗਈ ਹੈ, ਚਾਹੇ ਉਹ ਸਿਕਿਉਰਿਟੀ ਰੀਜ਼ਨ ਸੀ ਜਾਂ ਕੁਝ ਵੀ ਸੀ ਜੀ। ਤੇ ਉਹ ਜਦੋਂ ਪੜ੍ਹਿਆ ਜਾਏਗਾ ਕਿ ਉਹਨਾਂ ਨੇ ਕਿਆ ਰਿਪੋਰਟ ਦਿੱਤੀ ਹੈ ਉਹ RTI ਰਾਹੀਂ ਬਾਹਰ ਆਏਗੀ, ਫਿਰ ਪਤਾ ਲੱਗੇਗਾ ਸਰ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਦਿੱਤਾ। ਬਹੁਤ ਬਹੁਤ ਸ਼ੁਕਰੀਆ ਜੀ। ਪੰਚਕੂਲਾ ਦੇ ਕੋਰਟ ਵੱਲੋਂ ਰਾਮ ਰਹੀਮ ਨੂੰ 2017 ਦੇ ਵਿੱਚ ਸਜ਼ਾ ਸੁਣਾਈ ਗਈ ਸੀ, ਜਿਸ ਤੋਂ ਬਾਅਦ ਹਰਿਆਣਾ ਦੀ ਜੇਲ੍ਹ ਦੇ ਵਿੱਚ ਲਗਾਤਾਰ ਹੁਣ ਤੱਕ ਰਾਮ ਰਹੀਮ ਬੰਦ ਨੇ। ਪਰ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਇਹ ਜਿਹੜੀ ਪੈਰੋਲ ਹੈ ਇਹ ਕਿੰਨੀ ਕਾਨੂੰਨਾਂ ਦੇ ਦਾਇਰੇ ਦੇ ਵਿੱਚ ਹੋ ਕੇ ਦਿੱਤੀ ਗਈ ਹੈ ਜਾਂ ਕਾਨੂੰਨਾਂ ਦੇ ਦਾਇਰੇ ਤੋਂ ਬਾਹਰ ਹੋ ਕੇ ਦਿੱਤੀ ਗਈ ਹੈ। ਇਹਦੇ ਵਿੱਚ 24 ਘੰਟਿਆਂ ਦੀ ਪੈਰੋਲ ਵੀ ਹੋ ਸਕਦੀ ਹੈ ਅਤੇ ਇਸ ਤੋਂ ਵੱਧ ਪੈਰੋਲ ਦਾ ਸਮਾਂ ਵੀ ਮਿਲ ਸਕਦਾ ਹੈ। ਉਹ ਅਪਰਾਧੀ ਦੇ ਅਪਰਾਧ ਦੇ ਉੱਤੇ ਆਧਾਰਿਤ ਹੈ।
ਤੇ ਇਹ ਸੀ ਹੁਣ ਤੱਕ ਦੀ ਸਾਡੀ ਇੱਕ ਖਾਸ ਰਿਪੋਰਟ, ਜਿਸ ਦੇ ਵਿੱਚ ਮੀਡੀਆ ਵੱਲੋਂ ਹੁਣ ਤੱਕ ਦੀਆਂ ਜੋ ਰਿਪੋਰਟਾਂ ਸੀ ਉਹਦਾ ਖੁਲਾਸਾ। ਤੁਸੀਂ ਲਗਾਤਾਰ ਦੇਖਦੇ ਰਹੋ ਅਕਾਲ ਚੈਨਲ। ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ। ਬੋਲੇ ਸੋਹਣੇ ਹਾਲ